ਸਾਹਿਬ ਜੀਓ। ਮਾਰੂ ਮਹਿਲਾ ਪਹਿਲਾ। ਕੇਤੇ ਜੁਗ ਵਰਤੇ ਵਰਤਾਰੈ, ਕੇਤੇ ਜੁਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਧੁੰਦੁਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਜੁਗ ਸ਼ਤੀਹੀ ਤਿਨੈ ਵਰਤਾਏ, ਜਿਉ ਤਿਸ ਪਾਣਾ ਤਿਵੈ ਚਲਾਏ। ਤਿਸੈ ਸ਼ਰੀਕ ਨ ਦੀਸੈ ਕੋਈ, ਆਪੇ ਅਪਰ ਅਪਾਰਾ ਹੈ। ਗੁਪਤੇ ਬੂਝੋ ਜੁਗ ਚਤੁਆਰੇ, ਘਟ ਘਟ ਵਰਤੈ ਉਦਰ ਮੰਝਾਰੇ। ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾ ਹੈ। ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ। ਆਪੇ ਚੂਜ ਕਰੀ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਮਾਰੂ ਸੋਲੇ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਪਾਠ ਰੂਪ ਦੇ ਵਿੱਚ ਆਪ ਜੀ ਨੇ 3 ਪਦਿਆਂ ਤੱਕ ਸ਼ਰਵਣ ਕੀਤਾ ਹੈ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1026 ਅਤੇ 1027 ਉੱਪਰ ਸੁਭਾਇਮਾਨ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਪੰਕਤੀ ਅੰਦਰ, ਹਰ ਇੱਕ ਸ਼ਬਦ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦੇ ਚਲੇ ਜਾ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਿਉਂ ਵਾਰ-ਵਾਰ ਸਤਿਗੁਰੂ ਜੀ ਆਪ ਕਰਦੇ ਨੇ ਤੇ ਸਾਨੂੰ ਕਰਨ ਦਾ ਉਪਦੇਸ਼ ਦਿੰਦੇ ਨੇ? ਉਹਦਾ ਇੱਕ ਮੇਨ ਮਕਸਦ ਇਹ ਹੈ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਨ ਵਾਲਾ, ਵਡਿਆਈ ਕਰਨ ਵਾਲਾ, ਉਹਦੇ ਗੁਣ ਗਾਉਂਦਾ ਗਾਉਂਦਾ ਇੱਕ ਦਿਨ ਉਹਦਾ ਰੂਪ ਹੋ ਜਾਂਦਾ ਹੈ। ਜੈਸਾ ਸੇਵੇਂ ਤੈਸੋ ਹੋਵੇ। ਉਹਦੀ ਉਸਤਤ ਇਸ ਕਰਕੇ ਕਰਨੀ ਹੈ, ਉਹਦੀ ਵਡਿਆਈ ਇਸ ਕਰਕੇ ਕਰਨੀ ਹੈ ਕਿ ਉਹਦਾ ਸੁਭਾਅ ਸਾਡਾ ਸੁਭਾਅ ਬਣ ਜਾਏ, ਉਹਦੇ ਗੁਣ ਸਾਡੇ ਜੀਵਨ ਦਾ ਹਿੱਸਾ ਬਣ ਜਾਣ,
ਉਹ ਦੇਵੀ ਗੁਣਾਂ ਦਾ ਮਾਲਕ ਹੈ, ਬੇਅੰਤ ਗੁਣਾਂ ਦਾ ਮਾਲਕ ਹੈ। ਗੁਰੂ ਜੀ ਤੇ ਇਥੋਂ ਤੱਕ ਕਹਿੰਦੇ ਨੇ ਵੀ ਕਿਨਕਾ ਮਾਤਰ ਵੀ ਜੇ ਉਹ ਤੇਰੇ ਅੰਦਰ ਵਸ ਜਾਏ ਨਾ, ਤੇਰੀ ਮਹਿਮਾ ਕੋਈ ਨਹੀਂ ਬਿਆਨ ਕਰ ਸਕਦਾ। ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ। ਵੈਸੇ ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਕੁਝ ਗੁਣ ਆਪਣੇ ਜੀਵਨ ਵਿੱਚ ਲੈ ਆਵੇਂ, ਧਾਰਨ ਕਰ ਲਵੇਂ, ਤੇਰੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇੰਨੀ ਉੱਚੀ ਆਤਮਿਕ ਅਵਸਥਾ ਦਾ ਤੂੰ ਬਣ ਜਾਏਗਾ। ਇੱਕ ਤੇ ਉਹਦੀ ਉਸਤਤ ਵਿੱਚੋਂ ਸਾਨੂੰ ਉਹਦੇ ਗੁਣ, ਉਹਦੇ ਸੁਭਾਅ, ਉਹਦੇ ਵਰਗਾ ਬਣਨ ਦੀ ਪ੍ਰੇਰਣਾ ਮਿਲਦੀ ਹੈ। ਦੂਜਾ, ਜਦੋਂ ਬੰਦਾ ਉਹਦੀ ਉਸਤਤ ਕਰਦਾ ਤੇ ਹਉਮੈ ਦਾ ਖਾਤਮਾ ਹੁੰਦਾ ਹੈ, ਹਉਮੈ ਦਾ ਨਾਸ਼ ਹੁੰਦਾ ਹੈ। ਫਿਰ ਮਨੁੱਖ ਆਪਣੇ ਕਿਸੇ ਗੁਣ, ਕਿਸੇ ਕਲਾ, ਕਿਸੇ ਵੀ ਹੁਨਰ ਦੀ ਹਉਮੈ ਨਹੀਂ ਕਰਦਾ। ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਜਿੰਨੇ ਗੁਣ ਨੇ ਸਭ ਗੁਣ ਤੇਰੇ, ਮੈਂ ਨਾ ਹੀ ਕੋਈ। ਇਹ ਜਿੰਨੀ ਵੀ ਕਲਾ ਹੈ ਮੇਰੇ ਕੋਲ, ਜੋ ਵੀ ਹੁਨਰ ਹੈ, ਉਹ ਮਾਲਕ ਨੇ ਤਰੁੱਠ ਕੇ ਮੇਰੀ ਝੋਲੀ ਵਿੱਚ ਪਾਇਆ। ਮੇਰਾ ਆਪਣਾ ਕੁਝ ਹੈ ਹੀ ਨਹੀਂ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਇਹ ਸਰੀਰ ਹੀ ਮੇਰਾ ਨਹੀਂ, ਤੇ ਇਸ ਸਰੀਰ ਵਿੱਚ ਵਰਤਣ ਵਾਲੀ ਮਤ, ਵਰਤਣ ਵਾਲਾ ਮਨ, ਵਰਤਣ ਵਾਲੀ ਜੋਤ, ਇਹ ਬਲ, ਬੁੱਧੀ, ਸਾਰਾ ਕੁਝ ਹੀ ਉਹਦਾ ਹੈ। ਮਨੁੱਖ ਕਿਸੇ ਪ੍ਰਕਾਰ ਤੋਂ ਵੀ ਮਾਣ ਨਹੀਂ ਕਰਨ ਜੋਗਾ ਰਹਿੰਦਾ ਜਦੋਂ ਮਾਲਕ ਦੀ ਉਸਤਤ ਵਾਲੇ ਪਾਸੇ ਜੁੜ ਜਾਂਦਾ ਹੈ। ਸੋ ਅੱਜ ਦੇ ਇਸ ਸ਼ਬਦ ਵਿੱਚ ਗੁਰੂ ਜੀ ਨੇ ਆਰੰਭਤਾ ਦੇ ਵਿੱਚ ਹੀ ਉਸ ਮਾਲਕ ਦੀ ਵਡਿਆਈ ਕੀਤੀ। ਕੇਤੇ ਜੁਗ ਵਰਤੈ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਕਹਿੰਦੇ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਮਾਲਕ ਵਾਹਿਗੁਰੂ ਜੀ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਸੁੰਨ ਅਵਸਥਾ ਦੇ ਵਿੱਚ ਵਿਚਰ ਰਿਹਾ ਸੀ। ਕਹਿੰਦੇ ਨੇ ਤਦੋਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਮਾਧੀ ਲੀਨ ਹੋ ਕੇ ਬੈਠਾ ਸੀ। ਕੇਤੇ ਜੁਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਗੁਬਾਰ ਦਾ ਅਰਥ ਹੈ ਘੁੱਪ, ਅੰਧੇਰੇ ਵਿੱਚ ਹੀ ਲੰਘ ਗਏ ਕਈ ਯੁੱਗ, ਬਹੁਤ ਸਾਰਾ ਸਮਾਂ, ਕਿਉਂਕਿ ਸੂਰਜ ਹੈ ਨਹੀਂ ਸੀ, ਚੰਦਰਮਾ ਹੈ ਨਹੀਂ ਸੀ, ਘੁੱਪ ਹਨੇਰੇ ਵਿੱਚ ਹੀ ਲੰਘ ਗਏ ਕਈ ਯੁੱਗ। ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਤਦੋਂ ਸਮਾਧੀ ਲੀਨ ਹੋ ਕੇ ਬੈਠਾ ਸੀ, ਆਪਣੀ ਮੌਜ ਵਿੱਚ ਬੈਠਾ ਸੀ। ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਕਹਿੰਦੇ ਨੇ ਉਸ ਘੁੱਪ ਹਨੇਰੇ ਵਿੱਚ ਪ੍ਰਭੂ ਨਿਰਲੇਪ ਬੈਠਾ ਸੀ। ਵੈਸੇ ਹੁਣ ਵੀ ਜੇ ਉਸ ਨੇ ਸੰਸਾਰ ਬਣਾਇਆ ਹੈ, ਸੰਸਾਰ ਬਣਾ ਕੇ, ਕੁਦਰਤ ਬਣਾ ਕੇ, ਜੋਤ ਰੂਪ ਹੋ ਕੇ ਵਿੱਚ ਟਿਕਿਆ ਹੈ, ਤੇ ਹੁਣ ਵੀ ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ। ਉਦੋਂ ਵੀ ਉਹ ਮਾਇਆ ਦੀ ਕਾਲਖ ਤੋਂ ਰਹਿਤ ਸੀ ਜਦੋਂ ਕੁਝ ਵੀ ਨਹੀਂ ਸੀ ਬਣਾਇਆ, ਤੇ ਹੁਣ ਵੀ ਉਹ ਜੀਵਾਂ ਨੂੰ ਪੈਦਾ ਕਰਕੇ ਜੇ ਜੋਤ ਰੂਪ ਹੋ ਕੇ ਬੈਠਾ ਹੈ ਨਾ, ਤੇ ਫਿਰ ਵੀ ਉਹ ਨਿਰੰਜਨ ਹੀ ਆਖਿਆ ਜਾਏਗਾ, ਮਾਇਆ ਦੀ ਕਾਲਖ ਤੋਂ ਰਹਿਤ ਹੀ ਮੰਨਿਆ ਜਾਏਗਾ। ਕਹਿੰਦੇ ਉਹ ਨਿਰਲੇਪ ਪ੍ਰਭੂ ਆਪ ਹੀ ਬੈਠਾ ਹੋਇਆ ਸੀ। ਤਦੋਂ ਨਾ ਕੋਈ ਜਗਤ ਸੀ, ਨਾ ਜਗਤ ਦਾ ਖਿਲਾਰਾ ਸੀ, ਨਾ ਦੌੜ ਭੱਜ ਵਿੱਚ ਲਾਉਣ ਵਾਲੀ ਮਾਇਆ ਸੀ, ਕੁਝ ਵੀ ਨਹੀਂ ਸੀ। ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਫਿਰ ਅੱਗੇ ਕਹਿੰਦੇ ਆ ਜੀ, ਜੁਗ ਛਤੀਹੀ ਤਿਨੈ ਵਰਤਾਏ। ਕਹਿੰਦੇ ਘੁੱਪ ਹਨੇਰੇ ਦੇ ਵਿੱਚ ਕਈ ਯੁੱਗ ਮਾਲਕ ਨੇ ਇਵੇਂ ਹੀ ਆਪਣੇ ਆਪ ਨੂੰ ਟਿਕਾਈ ਰੱਖਿਆ, ਕਈ ਯੁੱਗ ਵਰਤਿਆ, ਪਰਮਾਤਮਾ ਆਪਣੇ ਆਪ ਦੇ ਵਿੱਚ ਹੀ ਬੈਠਾ ਰਿਹਾ। ਕਹਿੰਦੇ ਜਿਉਂ ਤਿਸ ਭਾਣਾ ਤਵੈ ਚਲਾਏ, ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ ਘੁੱਪ ਹਨੇਰੇ ਵਾਲੀ ਕਾਰ ਉਹ ਚਲਾਉਂਦਾ ਰਿਹਾ। ਘੁੱਪ ਹੀ ਹਨੇਰਾ ਬਣਿਆ ਰਿਹਾ ਸਾਰੇ ਸੰਸਾਰ ਵਿੱਚ। ਫਿਰ ਕਹਿੰਦੇ ਆ ਜੀ, ਤਿਸੇ ਸ਼ਰੀਕ ਨਾ ਦਿਸੈ ਕੋਈ, ਆਪੇ ਅਪਰ ਅਪਾਰਾ ਹੈ। ਉਹ ਪਰਮਾਤਮਾ ਆਪ ਹੀ ਆਪ ਹੈ, ਹੁਣ ਵੀ ਉਹ ਆਪ ਹੀ ਆਪ ਹੈ, ਉਹਦਾ ਸ਼ਰੀਕ ਕੋਈ ਨਹੀਂ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਕੋਈ ਨਹੀਂ ਲੱਭ ਸਕਦਾ।
ਕੋਈ ਵੀ ਉਸ ਦੇ ਬਰਾਬਰ ਦਿਖਦਾ ਨਹੀਂ। ਕੋਈ ਦਿਖਦਾ ਹੈ ਤੇ ਕਿਸੇ ਗ੍ਰੰਥ ਵਿੱਚ ਜ਼ਿਕਰ ਹੋਣਾ ਚਾਹੀਦਾ ਸੀ। ਜਿਸ ਪਰਮਾਤਮਾ ਦੇ ਬਰਾਬਰ ਦੀ ਹਸਤੀ ਕੋਈ ਦਿਖਦੀ ਤੇ ਕਿਸੇ ਨਾ ਕਿਸੇ ਗ੍ਰੰਥ ਵਿੱਚ ਜ਼ਰੂਰ ਉਹਦਾ ਜ਼ਿਕਰ ਹੋਣਾ ਸੀ। ਆਪਾਂ ਜਦੋਂ ਅਵਤਾਰਾਂ ਦੀ ਗਾਥਾ ਪੜ੍ਹਦੇ ਹਾਂ, ਸ਼੍ਰੀ ਕ੍ਰਿਸ਼ਨ ਜੀ ਨੂੰ 16 ਕਲਾ ਅਵਤਾਰ ਮੰਨਿਆ, ਰਾਮਚੰਦਰ ਜੀ ਨੂੰ 14 ਕਲਾ ਅਵਤਾਰ ਮੰਨਿਆ। ਪਰ ਜਦੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰੋਂ ਪੜ੍ਹਦੇ ਹਾਂ, ਅਨੰਤ ਕਲਾ ਲੈ ਠਾਕੁਰ ਚੜਿਆ। ਇੱਥੇ ਨਾ 16 ਕਲਾ ਨਾ 14 ਕਲਾ, ਇੱਥੇ ਅਨੰਤ ਸ਼ਕਤੀਆਂ ਅਨੰਤ ਤਾਕਤਾਂ ਦਾ ਮਾਲਕ ਹੈ। ਸਗੋਂ ਜਿਨ੍ਹਾਂ ਅਵਤਾਰੀ ਪੁਰਸ਼ਾਂ ਨੂੰ ਲੋਕ ਸ਼ਕਤੀ ਦਾਇਕ ਮੰਨਦੇ ਆ, ਤਾਕਤ ਵਾਲੇ ਮੰਨਦੇ ਆ, ਤਾਕਤਾਂ ਰੱਖਣ ਵਾਲੇ ਮੰਨਦੇ ਆ, ਉਹਨਾਂ ਸਾਰਿਆਂ ਨੂੰ ਉਹ ਸ਼ਕਤੀਆਂ ਉਸੇ ਮਾਲਕ ਨੇ ਦਿੱਤੀਆਂ ਨੇ। ਉਹ ਸ਼ਕਤੀਆਂ ਤੇ ਕੁਝ ਵੀ ਨਹੀਂ ਨੇ, ਤਿਨਕਾ ਤਿਨਕਾ ਮਾਤਰ ਉਹ ਤਾਕਤਾਂ ਮਾਲਕ ਨੇ ਪਾਈਆਂ ਨੇ। ਉਹ ਮਾਲਕ ਅਨੰਤ ਤਾਕਤਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ। ਵੀ ਜਿਹਦੇ ਹੁਕਮ ਦੇ ਵਿੱਚ ਸੂਰਜ ਵਰਗੀ ਤਾਕਤ ਕੰਮ ਕਰਦੀ ਪਈ ਹੈ, ਚੰਦਰਮਾ ਵਰਗੀ ਤਾਕਤ ਕੰਮ ਕਰਦੀ ਪਈ, ਧਰਤੀ ਏਡੀ ਵੱਡੀ ਉਹਦੀ ਰਜਾ ਵਿੱਚ ਸੰਸਾਰ ਨੂੰ, ਜੀਵਾਂ ਨੂੰ ਸੁੱਖ ਦੇ ਰਹੀ ਹੈ, ਪਾਲ ਰਹੀ ਹੈ। ਜਿਹਦੇ ਤਾਕਤ ਦੇ ਵਿੱਚ, ਸ਼ਕਤੀ ਦੇ ਵਿੱਚ, ਏਡਾ ਪਾਣੀ ਦੇ ਵਿੱਚ ਬਹੁਤ ਤਾਕਤ ਹੈ, ਏਡੇ ਵੱਡੇ ਸਮੁੰਦਰ ਜਲ ਉਹਦੇ ਉੱਤੇ ਧਰਤੀ ਨੂੰ ਟਿਕਾਇਆ ਹੈ, ਤੇ ਬਿਨਾਂ ਥੰਮਾਂ ਤੋਂ ਜਿਹਦੀ ਤਾਕਤ ਨੇ ਆਕਾਸ਼ ਨੂੰ ਟਿਕਾ ਕੇ ਰੱਖਿਆ ਹੈ, ਉਹ ਕਿੱਡਾ ਵੱਡਾ ਤਾਕਤ ਦਾ ਮਾਲਕ ਹੋਵੇਗਾ। ਏਡੇ ਵੱਡੇ ਜਲ ਸਮੁੰਦਰ ਨੂੰ ਉਹਨੇ ਥੰਮ ਕੇ ਰੱਖਿਆ ਹੋਇਆ ਉਸ ਮਾਲਕ ਵਾਹਿਗੁਰੂ ਜੀ ਨੇ, ਤੇ ਉਹ ਕਿੱਡੀ ਵੱਡੀ ਤਾਕਤ ਦਾ ਮਾਲਕ ਹੋਵੇਗਾ। ਬਹੁਤ ਵੱਡੀ ਤਾਕਤ ਦਾ ਮਾਲਕ ਹੈ। ਕਹਿੰਦੇ ਨੇ ਕਿ ਘਟ ਘਟ ਤਿਸੈ ਸ਼ਰੀਕ ਨ ਦਿਸੈ ਕੋਈ, ਆਪੇ ਅਪਰ ਅਪਾਰਾ ਹੈ। ਫਿਰ ਅੱਗੇ ਕਹਿੰਦੇ ਗੁਪਤੇ ਬੂਝੋ ਜੁਗ ਚਤੁਆਰੇ, ਘਟ ਘਟ ਵਰਤੈ ਉਦਰ ਮਝਾਰੇ। ਹੁਣ ਜਦੋਂ ਉਸ ਨੇ ਜਗਤ ਰਚਨਾ ਰਚ ਲਈ, ਪਰਮਾਤਮਾ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰਿਆਸਣ ਡਿਠੋ ਚਾਓ। ਜਦੋਂ ਉਹਨੇ ਜਗਤ ਦੀ ਰਚਨਾ ਰਚ ਲਈ ਤਾਂ ਵੀ ਉਸੇ ਨੇ ਚੌਵਾਂ ਯੁੱਗਾਂ ਵਿੱਚ ਜਗਤ ਦੇ ਅੰਦਰ ਗੁਪਤ ਵਿਆਪਕ ਉਸ ਨੂੰ ਜਾਣੋ, ਵੀ ਜਗਤ ਦੇ ਵਿੱਚ ਉਹਨੂੰ ਸਮਝੋ, ਉਹਨੂੰ ਗੁਪਤ ਰੂਪ ਦੇ ਵਿੱਚ ਸਮਝੋ। ਘਟ ਘਟ ਵਰਤੇ ਉਦਰ ਮਝਾਰੇ, ਉਹ ਹਰੇਕ ਸਰੀਰ ਦੇ ਅੰਦਰ, ਹਰੇਕ ਹਿਰਦੇ ਦੇ ਅੰਦਰ ਮੌਜੂਦ ਹੈ। ਸੱਚ ਜਾਣਿਓ, ਜਦੋਂ ਇਹ ਮਨੁੱਖ ਨੂੰ ਗਿਆਨ ਹੋ ਗਿਆ ਨਾ, ਸੋਝੀ ਹੋ ਗਈ, ਮਨੁੱਖ ਨੇ ਇਹ ਸਬਕ ਪੱਲੇ ਬੰਨ ਲਿਆ ਵੀ ਹਰ ਇੱਕ ਦੇ ਹਿਰਦੇ ਵਿੱਚ ਪਰਮਾਤਮਾ ਹੈ ਤੇ ਮਨੁੱਖ ਕਿਸੇ ਨਾਲ ਝਗੜੇਗਾ ਨਹੀਂ। ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬੋਲ ਨੇ। ਬਾਬਾ ਜੀ ਕਹਿੰਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੀ। ਕਹਿੰਦੇ ਖਲਕਤ ਜਿਹੜੀ ਹੈ, ਖਾਲਕ ਦੇ ਵਿੱਚ ਵਸਦੀ ਪਈ ਹੈ, ਤੇ ਖਾਲਕ ਭਾਵ ਕਰਤਾ ਜਿਹੜਾ ਖਲਕਤ ਦੇ ਵਿੱਚ ਵਸਦਾ ਪਿਆ। ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੀ। ਮੰਦਾ ਕਿਸਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਏ। ਕਿਸੇ ਨਾਲ ਬੁਰਾ ਵਰਤਾਵ ਕਰਨਾ ਤਾਂ ਕਿਤੇ ਰਿਹਾ, ਕਿਸੇ ਨੂੰ ਦੁੱਖ ਦੇਣਾ ਤਾਂ ਕਿਤੇ ਰਿਹਾ। ਕਹਿੰਦੇ ਮੰਦਾ ਬੋਲ ਵੀ ਕਿਸੇ ਨੂੰ ਨਾ ਬੋਲ, ਕਿਉਂਕਿ ਸਾਰਿਆਂ ਦੇ ਵਿੱਚ ਖੁਦਾ ਬੈਠਾ ਹੀ, ਪਰਮਾਤਮਾ ਬੈਠਾ ਹੀ। ਹੈਰਾਨ ਹੋਈਦਾ ਹੈ ਕਿ ਅੱਜ ਬੰਦਾ ਪੱਥਰ ਨੂੰ ਤੇ ਰੱਬ ਮੰਨ ਲਿਆ ਹੈ, ਪਰ ਇਨਸਾਨ ਦੇ ਵਿੱਚੋਂ ਰੱਬ ਨਹੀਂ ਦੇਖਦਾ ਪਿਆ। ਰੱਬ ਦੇ ਨਾਮ ਤੇ ਹੀ ਅੱਜ, ਧਰਮ ਸਥਾਨਾਂ ਦੇ ਨਾਮ ਤੇ ਅੱਜ ਕਤਲੋ ਗਾਰਤ ਹੋ ਰਹੀ ਹੈ। ਇਮਾਰਤਾਂ ਤੇ ਪੱਥਰ ਦੀਆਂ ਬਣੀਆਂ ਰੱਬ ਦੇ ਨਾਮ ਤੇ ਖੜੀਆਂ ਨੇ, ਪਰ ਬੰਦੇ ਇੱਕ ਦੂਜੇ ਵਿੱਚੋਂ ਖੁਦਾ ਨਾ ਦੇਖ ਸਕੇ, ਰੱਬ ਨਾ ਦੇ ਸਕੇ। ਕੱਟ ਵੱਢ, ਦੰਗੇ ਫਸਾਦ, ਇਹ ਧਰਮ ਦੇ ਨਾਮ ਤੇ ਲੜਾਈਆਂ ਹੋ ਰਹੀਆਂ ਹਨ। ਲੋਕ ਵੱਡੇ ਕੱਟੇ ਜਾ ਰਹੇ ਨੇ, ਟੁੱਕੇ ਜਾ ਰਹੇ ਨੇ, ਕਿਉਂਕਿ ਇੱਕ ਦੂਜੇ ਦੇ ਅੰਦਰੋਂ ਖੁਦਾ ਨੂੰ ਨਾ ਵੇਖ ਸਕੇ, ਰੱਬ ਨੂੰ ਨਾ ਵੇਖ ਸਕੇ। ਰੱਬ ਦੇ ਨਾਮ ਤੇ ਹੀ ਨਫ਼ਰਤਾਂ, ਈਰਖਾ, ਉਹਦੇ ਨਾਵਾਂ ਦੇ ਝਗੜੇ,
ਪਾ ਕੇ ਲੋਕੀ ਆਪਸ ਵਿੱਚ ਟਕਰਾਉਣ ਲੱਗ ਪਏ। ਤੇ ਗੁਰਮੁਖੋ, ਜਦੋਂ ਇਹ ਸਬਕ ਮਨੁੱਖ ਨੇ ਆਪਣੇ ਅੰਦਰ ਸਿੱਖ ਲਿਆ, ਇਹ ਉਪਦੇਸ਼ ਗ੍ਰਹਿਣ ਕਰ ਲਿਆ ਵੀ ਸਾਰਿਆਂ ਦੇ ਵਿੱਚ ਖੁਦਾ ਹੈ, ਪਰਮਾਤਮਾ। ਘਰ ਦੇ ਜੀਆਂ ਦੇ ਵਿੱਚ ਵੀ ਇੱਕ ਦੂਜੇ ਨੂੰ ਜਦੋਂ ਪਰਮਾਤਮਾ ਨਜ਼ਰੀ ਆਉਣ ਲੱਗ ਪਿਆ, ਜੋਤ ਦਾ ਅਹਿਸਾਸ ਹੋ ਗਿਆ। ਮੈਂ ਕਈ ਵਾਰੀ ਬੇਨਤੀ ਕਰਦਾ, ਭਰਾ ਭਰਾ ਦੇ ਨਾਲ ਝਗੜਾ ਨਹੀਂ ਕਰੇਗਾ, ਨੂੰ ਸੱਸ ਆਪਸ ਵਿੱਚ ਟਕਰਾਉਣਗੀਆਂ ਨਹੀਂ, ਦਰਾਣੀ ਜਠਾਣੀ ਦੇ ਝਗੜੇ ਨਹੀਂ ਹੋਣਗੇ, ਨਨਾਣ ਭਰਜਾਈ ਦੇ ਝਗੜੇ ਨਹੀਂ ਹੋਣਗੇ, ਪਿਆਰ ਹੋਵੇਗਾ, ਕਿਉਂਕਿ ਜੋਤ ਦਿਖਾਈ ਦੇ ਰਹੀ ਹੈ ਅੰਦਰੋਂ। ਜੇ ਜੋਤ ਦਿਖਾਈ ਦਿੰਦੀ ਹੈ ਭਾਈ ਕਨ੍ਹਈਆ ਜੀ ਨੂੰ, ਤੇ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਆ, ਤੇ ਸਾਨੂੰ ਆਪਣੇ ਪਰਿਵਾਰ ਦੇ ਵਿੱਚੋਂ ਜੇ ਜੋਤ ਦਿਖਾਈ ਦੇਣ ਲੱਗ ਪਈ, ਫਿਰ ਕਾਹਦੇ ਝਗੜੇ, ਕਾਹਦੇ ਟਕਰਾ, ਕਾਹਦੀਆਂ ਪ੍ਰਾਪਰਟੀਆਂ ਦੀਆਂ ਲੜਾਈਆਂ? ਕੁਝ ਵੀ ਨਹੀਂ ਹੋਏਗਾ। ਬੜਾ ਪਿਆਰ ਹੋਏਗਾ ਆਪਸ ਵਿੱਚ, ਬੜੇ ਗੂੜੇ ਰਿਸ਼ਤੇ ਸੰਬੰਧ ਹੋਣਗੇ, ਕੋਈ ਝਗੜਾ ਕਲੇਸ਼ ਨਹੀਂ ਰਹੇਗਾ। ਪਰ ਇਹ ਸਬਕ ਹਿਰਦੇ ਵਿੱਚ ਵਸੇ ਤਾਂ ਆ ਨਾ। ਬਾਬਾ ਫਰੀਦ ਜੀ ਦਾ ਇੱਕ ਹੋਰ ਬੜਾ ਪਿਆਰਾ ਸ਼ਲੋਕ ਹੈ। ਬਾਬਾ ਜੀ ਕਹਿੰਦੇ ਆ ਕਿ ਭਾਈ ਕਿਸੇ ਦਾ ਦਿਲ ਨਾ ਦਿਖਾਉਣ ਵਾਲਾ ਬਚਨ ਬੋਲ। ਬਾਬਾ ਜੀ ਕਹਿੰਦੇ ਆ, ਸਭਨਾ ਮੇ ਸੱਚਾ ਧਣੀ, ਹਿਆਉ ਨ ਕਹੀ ਠਾਈ, ਮਾਨਕ ਸਭ ਅਮੋਲ ਵੇ। ਵੀ ਸਾਰਿਆਂ ਦੇ ਵਿੱਚ ਸੱਚਾ ਧਣੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਵਸ ਰਿਹਾ ਹੈ। ਕਿਸੇ ਦਾ ਦਿਲ ਨਾ ਦੁਖਾ ਮਾੜਾ ਬੋਲ ਬੋਲ ਕੇ, ਕਿਉਂਕਿ ਅੰਦਰ ਬੈਠਾ ਰੱਬ ਉਹ ਤੈਨੂੰ ਪਸੰਦ ਨਹੀਂ ਕਰੇਗਾ, ਉਹਨੂੰ ਦੁੱਖ ਲੱਗੇਗਾ ਜੇ ਕਿਸੇ ਨੂੰ ਤੂੰ ਦਿਖਾਉਣਾ ਹੈ। ਤੇ ਇੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸਾਰਿਆਂ ਦੇ ਅੰਦਰ ਉਹ ਵਸ ਰਿਹਾ, ਘਟ ਘਟ ਵਰਤੈ ਉਦਰ ਮਜਾਰੇ, ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੇ ਗੁਰ ਵਿਚਾਰਾ ਹੈ। ਉਹ ਇਕੱਲਾ ਆਪ ਹੀ ਹਰੇਕ ਯੁੱਗ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਅੰਦਰ ਰਮ ਰਿਹਾ ਹੈ। ਪਰ ਇਸ ਗੱਲ ਨੂੰ ਸਮਝਦਾ ਕੌਣ ਹੈ? ਜਿਹਦੇ ਕੋਲ ਗੁਰੂ ਦਾ ਗਿਆਨ। ਬਾਕੀ ਨੂੰ ਨਹੀਂ ਸਮਝ ਆਉਂਦੀ। ਜਿਹਦੇ ਕੋਲ ਗੁਰੂ ਦੀ ਬਾਣੀ ਦੀ ਵਿਚਾਰ ਹੈ, ਉਹੀ ਆਖੇਗਾ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਯੂ ਪੁਕਾਰ। ਕਹੋ ਨਾਨਕ ਹਰ ਭਜ ਮਨਾ, ਭਉ ਨਿਧਿ ਉਤਰੇ ਪਾਰ। ਉਹ ਭਵਜਲ ਸਾਗਰ ਵਿੱਚੋਂ ਪਾਰ ਹੋ ਜਾਏਗਾ, ਘਟ ਘਟ ਦੇ ਵਿੱਚੋਂ ਵੇਖਣ ਵਾਲਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਜਾਂ ਕਿਸੇ ਨੇ ਗੀਤਾ ਨੂੰ ਪੜ੍ਹ ਕੇ ਜਾਂ ਕਿਸੇ ਨੇ ਕੁਰਾਨ ਨੂੰ ਪੜ੍ਹ ਕੇ ਐਸੀ ਦ੍ਰਿਸ਼ਟੀ ਪ੍ਰਾਪਤ ਕਰਨੀ ਹੈ ਕਿ ਸਾਹਮਣੇ ਆਉਣ ਵਾਲਾ ਇਨਸਾਨ ਜੇ ਹਿੰਦੂ ਵੀਰ ਹੈ ਤੇ ਮੈਂ ਕੁਰਾਨ ਪੜ੍ਹਨ ਵਾਲਾ ਵਾਂ, ਮੈਨੂੰ ਉਹਦੇ ਵਿੱਚੋਂ ਅੱਲਾ ਦੀ ਜੋਤ ਦਿਖਾਈ ਦੇਣ ਲੱਗ ਪਏ। ਜੇ ਮੈਂ ਗੀਤਾ ਪੜ੍ਹਨ ਵਾਲਾ ਵਾਂ ਤੇ ਸਾਹਮਣੇ ਮੁਸਲਮਾਨ ਵੀਰ ਆ ਰਿਹਾ, ਮੈਨੂੰ ਉਹਦੇ ਵਿੱਚੋਂ ਰਾਮ ਦਿਖਾਈ ਦੇਣ ਲੱਗ ਪਵੇ। ਜੇ ਮੈਂ ਸਿੱਖ ਹਾਂ ਤੇ ਸਾਹਮਣੇ ਸਿੱਖ ਭਰਾ ਆ ਰਿਹਾ ਹੈ, ਉਹਦੇ ਵਿੱਚੋਂ ਮੈਨੂੰ ਵਾਹਿਗੁਰੂ ਦੀ ਜੋਤ ਦਿਖਾਈ ਦੇਣ ਲੱਗ ਪਏ। ਇਹ ਸਤ ਸੰਗਤ, ਇਹ ਆਪੋ ਆਪਣੇ ਧਰਮ ਗ੍ਰੰਥ ਪੜ੍ਹਨੇ, ਇਹਨਾਂ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਹੈ ਕਿ ਸਾਨੂੰ ਆਪੋ ਆਪਣੇ ਹਿਰਦੇ ਵਿੱਚੋਂ ਵਸ ਦਾ ਮਾਲਕ ਪ੍ਰਤੀਤ ਹੋਣ ਲੱਗ ਪਏ। ਦੂਜੇ ਅੰਦਰੋਂ ਸਾਨੂੰ ਦਿਖਣਾ ਸ਼ੁਰੂ ਹੋ ਜਾਏ। ਮੈਂ ਕਹਿੰਦਾ ਫਿਰ ਦੂਜੇ ਅੰਦਰੋਂ ਜਦੋਂ ਦਿਖਣਾ ਸ਼ੁਰੂ ਹੋ ਜਾਏਗਾ ਨਾ, ਫਿਰ ਇੱਕ ਇਨਸਾਨ ਕਿਸੇ ਦੂਜੇ ਦੀ ਧੀ ਭੈਣ ਬੱਚੀ ਅਬਲਾ ਨਾਰੀ ਨੂੰ ਮਾੜੀ ਨਿਗਾਹ ਨਾਲ ਵੀ ਨਹੀਂ ਵੇਖੇਗਾ। ਇੰਨੀ ਸੋਚ ਪਵਿੱਤਰ ਹੋ ਜਾਏਗੀ, ਇੰਨਾ ਜੀਵਨ ਪਵਿੱਤਰ ਹੋ ਜਾਏਗਾ ਬੰਦੇ ਦਾ। ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਘਟ ਘਟ ਵਰਤੈ ਉਦਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੋਏ ਗੁਰ ਵਿਚਾਰਾ ਹੈ। ਫਿਰ ਅੱਗੇ ਕਹਿੰਦੇ ਬਿੰਦ ਰਕਤ ਮਿਲ ਪਿੰਡ ਸਰੀਆ। ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਤੋਂ ਮਿਲ ਕੇ ਮਨੁੱਖਾ ਸਰੀਰ ਬਣ ਗਿਆ। ਪੌਣ ਪਾਣੀ ਅਗਨੀ ਮਿਲ ਜੀਆ। ਹਵਾ ਪਾਣੀ ਅੱਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ। ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਬਣੀ ਹੈ। ਅੱਗ, ਹਵਾ, ਪਾਣੀ, ਮਿੱਟੀ, ਜਲ, ਇਹਨਾਂ ਤੋਂ ਆਕਾਸ਼, ਇਹ ਤੱਤ ਸਾਰੇ ਮਿਲ ਕੇ ਇਹ ਸਰੀਰ ਬੋਡੀ ਦੀ ਰਚਨਾ ਕਰਦੇ ਆ। ਤੇ ਛੇਵਾਂ ਤੱਤ ਜੀਵਾਤਮਾ ਮਾਲਕ ਵਾਹਿਗੁਰੂ ਜੀ ਆਪਣੇ ਕੋਲੋਂ ਪਾਉਂਦਾ। ਇਹ ਪੰਜ ਤੱਤ ਵੀ ਉਹਦੇ ਪੈਦਾ ਕੀਤੇ ਹੋਏ ਨੇ।
ਕਹਿੰਦੇ ਨੇ ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੀ। ਹਰੇਕ ਸਰੀਰ ਵਿੱਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ। ਤੁਸੀਂ ਕਦੇ ਬੱਚੇ ਨੂੰ ਗੌਰ ਨਾਲ ਵੇਖਣਾ, ਛੋਟਾ ਜਿਹਾ ਬੱਚਾ ਹੈ ਸਾਲ ਦਾ, ਉਹ ਕਿੰਨੀਆਂ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ ਖੇਡਾਂ ਖੇਡਦਾ। ਜੇ ਅੰਤਰੀਬ ਭਾਵ ਗਹਿਰੇ ਤਲ ਤੇ ਵੇਖੋਗੇ ਰੱਬ ਹੀ ਉਹਦੇ ਵਿੱਚੋਂ ਵਿਚਰ ਰਿਹਾ ਹੈ। ਉਸ ਬੱਚੇ ਦੀਆਂ ਹਰਕਤਾਂ, ਉਸ ਬੱਚੇ ਦੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਉਹ ਬਾਤਾਂ, ਤੋਤਲੀਆਂ ਗੱਲਾਂ ਤੇ ਉਹਦੀਆਂ ਹਰਕਤਾਂ ਹਸਾਉਣ ਵਾਲੀਆਂ, ਉਹ ਮਾਲਕ ਹੀ ਬੱਚੇ ਦੇ ਰੂਪ ਦੇ ਵਿੱਚ ਸਾਨੂੰ ਹਸਾ ਰਿਹਾ ਹੈ। ਕਈ ਵਾਰੀ ਉਹਦੇ ਕੌਤਕ ਉਸ ਬੱਚੇ ਦੇ ਵੇਖ ਕੇ ਆਪਾਂ ਹੈਰਾਨ ਹੋ ਜਾਂਦੇ ਹਾਂ ਵੀ ਇਹ ਕਿਵੇਂ ਕਰ ਲਿਆ ਇਸਨੇ। ਕਹਿੰਦੇ ਨੇ ਹਰ ਇੱਕ ਦੇ ਵਿੱਚ ਬੈਠ ਕੇ ਉਹ ਆਪਣੇ ਕੌਤਕ ਚੋਜ ਰਚਦਾ ਪਿਆ, ਪਰ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਸਾਡੇ ਕੋਲ ਗੁਰੂ ਵਾਲੀ ਅੱਖ ਨਹੀਂ ਹੈ। ਉਸਨੇ ਆਪ ਹੀ ਮਾਇਆ ਦੇ ਮੋਹ ਦਾ ਖਲਾਰਾ ਵੀ ਪਾਇਆ ਹੈ। ਹੁਣ ਮਾਇਆ ਦੇ ਮੋਹ ਦਾ ਖਲਾਰਾ ਮਾਲਕ ਦੀ ਰਜ਼ਾ ਵਿੱਚ ਹੀ ਪਿਆ, ਪਰ ਗੁਰੂ ਦੇ ਗਿਆਨ ਦਾ ਸਹਾਰਾ ਲੈ ਕੇ ਮਾਇਆ ਦੇ ਮੋਹ ਇਹਨਾਂ ਫਾਹੀਆਂ ਤੋਂ ਆਪਾਂ ਬਚਣਾ ਵੀ। ਨਾਲ ਗੁਰੂ ਵੀ ਭੇਜਿਆ ਉਹਨੇ ਵੀ ਕਿਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਤੈਨੂੰ ਜਕੜ ਕੇ ਆਪਣਾ ਗੁਲਾਮ ਨਾ ਬਣਾ ਲੈਣ, ਇਸ ਕਰਕੇ ਗੁਰੂ ਕੋਲ ਵੀ ਜਾਵੀਂ। ਗੁਰੂ ਹੀ ਮੇਰਾ ਰੂਪ ਹੈ ਜਿਹੜਾ ਤੈਨੂੰ ਇਹਦੇ ਵਿੱਚੋਂ ਬਚਾਏਗਾ। ਅੱਗੇ ਕਹਿੰਦੇ ਗਰਭ ਕੁੰਡਲ ਮੈਂ ਉਰਦ ਤਿਆਨੀ, ਆਪੇ ਜਾਣੇ ਅੰਤਰਜਾਮੀ। ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਮਾਂ ਤੇ ਗਰਭ ਦੇ ਵਿੱਚ ਪੁੱਠਾ ਲਟਕਦਾ ਪਿਆ। ਪ੍ਰਭੂ ਚਰਨਾਂ ਦੇ ਵਿੱਚ ਸੁਰਤ ਜੋੜੀ ਰੱਖਦਾ, ਪੁੱਠਾ ਲਟਕ ਕੇ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਹੈ। ਹੁਣ ਸੰਸਾਰ ਵਿੱਚ ਆਇਆ, ਏਸੀ ਅੱਗੇ ਬੈਠਾ ਹੈ, ਚੌਂਕੜਾ ਮਾਰ ਕੇ ਬਹਿ ਸਕਦਾ, ਸਾਰੇ ਸਾਧਨ ਸੁੱਖਾਂ ਦੇ ਨੇ, ਉੱਥੇ ਪੁੱਠਾ ਲਟਕ ਕੇ ਜਪਦਾ ਪਿਆ ਸੀ ਅਤੇ ਸਾਰੇ ਸਾਧਨ ਨੇ ਤਾਂ ਵੀ ਨਹੀਂ ਜਪਦਾ, ਇੱਥੇ ਸਾਰੇ ਸੁੱਖ ਨੇ ਤਾਂ ਵੀ ਨਹੀਂ ਜਪਦਾ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਾਂ ਅਗਣ ਨਾ ਵਿਨਾਸ਼ਨੰ, ਮੁਖ ਤਲੇ ਪੈਰ ਉਪਰੇ ਵਸੰਦੋ ਕੁਹਾਤੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਦਹਿ ਨਾਏ। ਉੱਥੇ ਪੁੱਠਾ ਲਟਕ ਕੇ ਵੀ ਤੂੰ ਜਪਦਾ ਪਿਆ ਸਾਂ, ਇੱਥੇ ਗੱਡੀਆਂ ਵਿੱਚ ਘੁੰਮਦਾ ਹੈ, ਕਾਰਾਂ ਵਿੱਚ ਘੁੰਮਦਾ ਹੈ, ਅਨੇਕਾਂ ਸੁੱਖ ਸਹੂਲਤਾਂ, ਏਸੀ ਕਮਰਿਆਂ ਵਿੱਚ ਬੈਠਾ ਹੈ, ਬਹਿ ਕੇ ਵੀ ਨਹੀਂ ਰੱਬ ਨੂੰ ਯਾਦ ਕਰਦਾ। ਕਿੱਦਾਂ ਬਦਕਿਸਮਤ ਬੰਦਾ ਹੈ ਤੂੰ। ਕਹਿੰਦੇ ਗਰਭ ਕੁੰਡਲ ਮੈਂ ਉਰਦ ਤਿਆਨੀ, ਆਪੇ ਜਾਣੇ ਅੰਤਰਜਾਮੀ। ਪ੍ਰਭੂ ਅੰਤਰਜਾਮੀ ਆਪ ਹੀ ਜੀਵ ਦੇ ਦਿਲ ਦੀ ਜਾਣਦਾ ਹੈ। ਉਹ ਸਾਡੇ ਦਿਲ ਦੀ ਜਾਣਦਾ ਭਈ, ਭਾਵੇਂ ਜਿੰਨਾ ਮਰਜ਼ੀ ਕਿਸੇ ਤੋਂ ਛੁਪਾ ਕੇ ਰੱਖ ਲਈਏ, ਉਹ ਸਾਡੇ ਅੰਦਰ ਦੀ ਜਾਣਦਾ। ਐਵੇਂ ਨਹੀਂ ਉਹਨੂੰ ਆਖਿਆ ਗਿਆ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਫਿਰ ਕਹਿੰਦੇ ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਦਰ ਮਜ਼ਾਰਾ ਹੈ। ਜੀਵ ਮਾਂ ਦੇ ਪੇਟ ਦੇ ਅੰਦਰ ਸਵਾਸ ਸਵਾਸ ਸਦਾ ਥਿਰ ਪਰਮਾਤਮਾ ਨੂੰ ਚੇਤੇ ਕਰੀ ਰੱਖਦਾ ਹੈ। ਉਹਦਾ ਚੇਤਾ ਹੀ ਉਹਨੂੰ ਜਠਰ ਅਗਨੀ ਦੇ ਸੇਕ ਤੋਂ ਬਚਾਉਂਦਾ ਹੈ, ਸੜਨ ਭੁੱਜਣ ਤੋਂ ਬਚਾਉਂਦਾ ਹੈ। ਜੇ ਜੀਵ ਇੱਥੇ ਆ ਕੇ ਵੀ ਮਾਲਕ ਦਾ ਨਾਮ ਉਸੇ ਤਰ੍ਹਾਂ ਜਪੇ, ਵਿਕਾਰਾਂ ਦੀ ਅੱਗ ਵਿੱਚ ਸੜਨ ਨੂੰ ਬਚ ਜਾਏਗਾ। ਅੱਗੇ ਕਹਿੰਦੇ ਚਾਰ ਪਦਾਰਥ ਲੈ ਜਗ ਆਇਆ। ਜੀਵ ਜਦੋਂ ਸੰਸਾਰ ਵਿੱਚ ਆਇਆ ਨਾ, ਚਾਰ ਪਦਾਰਥ ਲੈ ਕੇ ਆਇਆ ਸੀ, ਧਰਮ ਅਰਥ ਕਾਮ ਮੋਖ, ਪਰ ਮਾਇਆ ਦੇ ਮੋਹ ਦੇ ਵਿੱਚ ਗਵਾ ਬੈਠਾ। ਇਹਦੇ ਕੋਲ ਕੇਵਲ ਮਾਇਆ ਹੀ ਰਹਿ ਗਈ, ਬਸ ਧਨ ਦੀ ਦੌੜ ਭੱਜ ਰਹਿ ਗਈ, ਧਰਮ ਵਿੱਚ ਵਿਚਰਨਾ ਭੁੱਲ ਗਿਆ, ਜਾਂ ਕਾਮ ਰਹਿ ਗਿਆ। ਬਸ ਇਹਦੇ ਕੋਲ ਦੋ ਚੀਜ਼ਾਂ ਰਹਿ ਗਈਆਂ, ਕਾਮ ਰਹਿ ਗਿਆ ਤੇ ਪੈਸੇ ਧਨ ਦੌਲਤ ਦੇ ਪਿੱਛੇ ਦੌੜ ਭੱਜ ਰਹਿ ਗਈ। ਇਹ ਦੋ ਚੀਜ਼ਾਂ ਰਹਿ ਗਈਆਂ। ਇਹਦੇ ਕੋਲ ਧਰਮ ਵੀ ਗਿਆ ਤੇ ਮੋਖ ਵੀ ਗਿਆ। ਧਰਮ ਹੁੰਦਾ, ਧਰਮ ਨੂੰ ਜ਼ਿੰਦਗੀ ਵਿੱਚ ਜਿਉਂਦਾ ਤੇ ਮੁਕਤੀ ਆਪਣੇ ਆਪ ਮਿਲ ਜਾਣੀ ਸੀ, ਪਰ ਉਹ ਗਵਾ ਬੈਠਾ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਸ਼ਿਵ ਸ਼ਕਤੀ ਕੀ ਪਰਮਾਤਮਾ ਦੀ ਪੈਦਾ ਕੀਤੀ ਹੋਈ ਇੱਕ ਤਾਕਤ। ਸ਼ਿਵ ਮਾਨੇ ਪਰਮਾਤਮਾ, ਸ਼ਕਤੀ ਮਾਇਆ, ਮਾਇਆ ਪੈਦਾ ਕੀਤੀ ਪਰ ਮਾਇਆ ਦੇ ਵਿੱਚ ਹੀ ਲੀਨ ਹੋ ਗਿਆ, ਉਹਦੇ ਵਿੱਚ ਵਾਸਾ ਕਰ ਬੈਠਾ। ਸ਼ਿਵ ਸ਼ਕਤੀ ਕਰ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਮਾਇਆ ਦੇ ਮੋਹ ਵਿੱਚ ਫਸ ਗਿਆ, ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ ਨੇ ਇੱਕ ਮਾਲਕ ਨੂੰ ਵਿਸਾਰ ਦਿੱਤਾ। ਜਿਹੜਾ ਜੀਵ ਨਾਮ ਭੁਲਾਉਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਮਨੁੱਖ ਨੂੰ ਹਾਰ ਪਸੰਦ ਨਹੀਂ ਹੈ। ਅਸੀਂ ਕਿਸੇ ਖੇਡ ਵਿੱਚ ਖੇਡਦੇ ਵੀ ਨਾ ਹੋਈਏ, ਅਸੀਂ ਭਾਰਤ ਵਾਸੀ ਹਾਂ, ਸਾਡੇ ਦੇਸ਼ ਦੀ ਟੀਮ ਫੁੱਟਬਾਲ ਖੇਡ ਰਹੀ ਹੈ, ਹਾਕੀ ਖੇਡ ਰਹੀ ਹੈ, ਕ੍ਰਿਕਟ ਖੇਡ ਰਹੀ ਹੈ, ਕ੍ਰਿਕਟ ਨਾਲ ਜ਼ਿਆਦਾ ਲਗਾਵ ਹੈ ਸਾਡੇ ਦੇਸ਼ ਵਾਸੀਆਂ ਦਾ। ਅਸੀਂ ਖੁਦ ਖੇਡਦੇ ਵੀ ਨਾ ਹੋਈਏ,
ਪਰ ਵਿਰੋਧੀ ਟੀਮ ਕੋਈ ਆਸਟ੍ਰੇਲੀਆ ਦੀ ਹੈ, ਕੋਈ ਪਾਕਿਸਤਾਨ ਦੀ ਹੈ। ਜਿੱਦਣ ਸਾਡਾ ਦੇਸ਼ ਉਸ ਟੀਮ ਤੋਂ ਹਾਰ ਜਾਂਦਾ ਹੈ, ਸਾਨੂੰ ਕਿੰਨਾ ਬੁਰਾ ਲੱਗਦਾ ਹੈ। ਸਾਨੂੰ ਹਾਰ ਆਪਣੀ ਟੀਮ ਦੀ, ਆਪਣੇ ਦੇਸ਼ ਦੀ ਪਸੰਦ ਨਹੀਂ ਹੈ। ਪਰ ਹੈਰਾਨ ਹੋਈਦਾ ਹੈ ਵੀ ਏਡਾ ਮਨੁੱਖਾ ਕੀਮਤੀ ਦੁਰਲੱਭ ਜਨਮ ਤਰਲੇ ਲੈ ਲੈ ਕੇ ਮਾਲਕ ਦੇ ਕੋਲੋਂ ਇਹਨੇ ਲਿਆ, ਉਹ ਜ਼ਿੰਦਗੀ ਦੀ ਬਾਜੀ, ਉਹ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਚਲਿਆ ਜਾਂਦਾ। ਤਿੰਨੀ ਜਨਮ ਜੂਏ ਹਾਰਿਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਇਹ ਮਰਨ ਮਨੋ ਵਿਸਾਰਿਆ। ਤ੍ਰਿਸ਼ਨਾ ਦੇ ਅਧੀਨ ਹੋ ਕੇ, ਵਿਕਾਰਾਂ ਦੇ ਵਿੱਚ ਫਸ ਕੇ ਇਹਨੇ ਦੁਰਲੱਭ ਜਨਮ ਜਿਹੜਾ ਹੈ ਉਹ ਹਾਰ ਲਿਆ। ਇਹਨੂੰ ਵੈਸੇ ਹਾਰ ਪਸੰਦ ਨਹੀਂ ਹੈ, ਪਰ ਜ਼ਿੰਦਗੀ ਦੀ ਬਾਜੀ ਹਾਰ ਕੇ ਸਹਿਜੇ ਹੀ ਚਲਿਆ ਜਾਂਦਾ ਹੈ। ਕੈਸਾ ਜੁਆਰੀ ਹੈ। ਕਹਿੰਦੇ ਚਾਰ ਪਦਾਰਥ ਲੈ ਜਗੇ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਕਹਿੰਦੇ ਬਾਲਕ ਮਰੇ ਬਾਲਕ ਕੀ ਲੀਲਾ। ਹੁਣ ਮਾਇਆ ਮੋਹ ਦੇ ਵਿੱਚ ਖਚਤ ਹੋਇਆ ਪ੍ਰਾਣੀ, ਪਰਿਵਾਰ ਦੇ ਮੋਹ ਦੇ ਵਿੱਚ ਖਚਤ ਹੋਇਆ ਇਹ ਇਨਸਾਨ, ਜਦੋਂ ਇਹਦੇ ਘਰ ਦੇ ਵਿੱਚੋਂ ਕੋਈ ਬੱਚਾ ਸਵਰਗਵਾਸ ਹੋ ਜਾਂਦਾ ਹੈ, ਚਲਾਣਾ ਕਰ ਜਾਂਦਾ ਹੈ, ਕਹਿੰਦੇ ਨੇ ਇਹ ਫਿਰ ਮਾਇਆ ਦੇ ਮੋਹ ਦੇ ਪ੍ਰਭਾਵ ਹੇਠਾਂ ਰੋਂਦਾ ਹੈ। ਉਹਦੀਆਂ ਲੀਲਾਵਾਂ ਯਾਦ ਕਰ ਕਰਕੇ ਇਹ ਤੜਫਦਾ ਹੈ, ਰੋਂਦਾ ਹੈ। ਕਹਿ ਕਹਿ ਰੋਵੇ ਬਾਲ ਰੰਗੀਲਾ। ਮਾਂ ਪਿਓ ਭੈਣ ਭਰਾ ਉਸ ਬਾਲਕ ਦੀਆਂ ਪਿਆਰ ਭਰੀਆਂ ਖੇਡਾਂ ਚੇਤੇ ਕਰ ਕਰਕੇ ਰੋਂਦੇ ਨੇ। ਬਾਲਕ ਬੜਾ ਸੋਹਣਾ ਸੀ, ਬੜਾ ਹਸਮੁਖਾ ਸੀ, ਇਹ ਚੀਜ਼ਾਂ ਯਾਦ ਕਰ ਕਰਕੇ ਰੋਂਦੇ ਨੇ। ਬੱਚਾ ਚਲਿਆ ਜਾਏ, ਕਿਉਂਕਿ ਇਹ ਪਰਮਾਤਮਾ ਦੀ ਰਜ਼ਾ ਵਿੱਚ ਜੀਵ ਦਾ ਆਉਣਾ ਹੁੰਦਾ ਹੈ ਤੇ ਪਰਮਾਤਮਾ ਦੀ ਰਜ਼ਾ ਵਿੱਚ ਜੀਵ ਦਾ ਜਾਣਾ ਹੁੰਦਾ ਹੈ। ਇਹ ਸਾਡੇ ਤੁਹਾਡੇ ਮੇਰੇ ਹੱਥ ਵਿੱਚ ਨਹੀਂ ਇਹ ਚੀਜ਼ਾਂ। ਪਰ ਮਨੁੱਖ ਮਾਇਆ ਦੇ ਮੋਹ ਵਿੱਚ ਖਚਤ ਹੋਇਆ ਇਸ ਵਿਛੋੜੇ ਨੂੰ ਨਹੀਂ ਜਰ ਪਾਉਂਦਾ, ਰੋਂਦਾ ਹੈ। ਤੇ ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਸ ਕਾ ਸਾਸ ਤਿਨਹੀ ਲੀਆ, ਭੋਲਾ ਰੋਵਣ ਹਾਰਾ ਹੈ। ਕਹਿੰਦੇ ਨੇ ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਆਇਆ ਸੀ, ਉਸਨੇ ਵਾਪਸ ਲੈ ਲਿਆ। ਉਸ ਨੂੰ ਯਾਦ ਕਰਕੇ ਰੋਣ ਵਾਲਾ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜੀਵਨ ਦੇ ਰਾਹ ਤੋਂ ਖੁੰਝਿਆ ਰਹਿੰਦਾ ਹੈ। ਕੁਝ ਪ੍ਰਾਪਤ ਨਹੀਂ ਹੁੰਦਾ। ਰੋਣ ਦਾ ਕੋਈ ਲਾਭ ਨਹੀਂ ਮਨੁੱਖ ਨੂੰ ਹੁੰਦਾ। ਹਾਂ, ਦੁਖੀ ਜ਼ਰੂਰ ਬੰਦਾ ਹੁੰਦਾ ਹੈ, ਗਮ ਸੋਗ ਦੇ ਵਿੱਚ ਜ਼ਰੂਰ ਵਿਚਰਦਾ ਹੈ। ਇਹ ਤਾਂ ਕੋਈ ਵਿਰਲਾ ਹੈ ਭਾਈ ਭਿਖਾਰੀ ਜੀ ਵਰਗਾ, ਜਿਹਨੂੰ ਆ ਕੇ ਰਿਸ਼ਤੇਦਾਰ ਕਹਿੰਦੇ ਨੇ ਤੇਰਾ ਜਵਾਨ ਪੁੱਤਰ ਵਿਆਹ ਵਾਲੇ ਦਿਨ ਹੀ ਮੁੱਕ ਗਿਆ, ਤੂੰ ਕਿਹੋ ਜਿਹੇ ਹਿਰਦੇ ਵਾਲਾ, ਤੈਨੂੰ ਕੋਈ ਰੋਸ਼ ਨਹੀਂ, ਤੈਨੂੰ ਕੋਈ ਦੁੱਖ ਨਹੀਂ, ਕੋਈ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਤੇਰੇ। ਤੇ ਇਹ ਭਾਈ ਸਾਹਿਬ ਭਾਈ ਭਿਖਾਰੀ ਜੀ ਕਹਿੰਦੇ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਤਿਸੇ ਕਿਉਂ ਕੀਜੈ। ਵੀ ਜਿਹਦੀ ਵਸਤੂ ਸੀ ਉਹ ਲੈ ਗਿਆ। ਵੈਸੇ ਇਸ ਜੀਵਨ ਦੇ ਵਿੱਚੋਂ ਵਿਚਰਨਾ ਇਹ ਤੇ ਉਸ ਗੁਰਸਿੱਖ ਦਾ ਬਣ ਸਕਦਾ ਹੈ ਜਿਹਦੇ ਅੰਦਰ ਗੁਰੂ ਵਸ ਗਿਆ, ਜਿਹਦੇ ਅੰਦਰ ਪਰਮੇਸ਼ਰ ਵਸ ਗਿਆ। ਮੇਰੇ ਤੁਹਾਡੇ ਵਰਗਾ ਤੇ ਗੱਲਾਂ ਕਰ ਸਕਦਾ ਤੇ ਸੁਣ ਸਕਦਾ, ਬੜਾ ਔਖਾ ਹੈ, ਬਹੁਤ ਔਖੀ ਖੇਡ ਹੈ। ਇਸ ਵਾਸਤੇ ਗੁਰੂ ਕਹਿੰਦਾ ਹੈ ਵੀ ਸ਼ਬਦ ਨਾਲ ਸਾਂਝ ਬਣਾ, ਨਾਮ ਨਾਲ ਪਿਆਰ ਪਾ। ਸੰਸਾਰ ਦੀ ਜਿੰਨਾ ਚੀਜ਼ਾਂ ਦੇ ਮੋਹ ਵਿੱਚ ਖਚਤ ਹੋਇਆ ਹੈ, ਉਹ ਸਮਾਂ ਪਾ ਕੇ ਤੇਰੇ ਕੋਲ ਦੂਰ ਹੋਣਗੀਆਂ। ਭਾਵੇਂ ਧਨ ਹੋਵੇ, ਭਾਵੇਂ ਸੋਨਾ ਚਾਂਦੀ ਹੋਵੇ, ਭਾਵੇਂ ਜ਼ਮੀਨ ਜਾਇਦਾਦ ਹੋਵੇ, ਭਾਵੇਂ ਪੁੱਤਰ ਧੀਆਂ ਹੋਣ, ਵਿਛੋੜੇ ਦਾ ਦੁੱਖ ਨਹੀਂ ਜਰ ਸਕੇਗਾ। ਜੇ ਕੋਲ ਪ੍ਰਭੂ ਹੋਏਗਾ, ਨਾਮ ਦੀ ਦਾਤ ਹੋਵੇਗੀ, ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਸਿੱਖ ਜਾਏਗਾ, ਫਿਰ ਕੋਈ ਵੀ ਚੀਜ਼ ਤੇਰੇ ਜੀਵਨ ਵਿੱਚੋਂ ਯੁਦਾ ਹੋਵੇ, ਤੂੰ ਕਲਪੇਗਾ ਨਹੀਂ, ਤੂੰ ਦੁਖੀ ਨਹੀਂ ਹੋਵੇਂਗਾ, ਤੂੰ ਗਮਗੀਨ ਨਹੀਂ ਹੋਵੇਂਗਾ। ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਦੋ ਤੇ ਬਿਲਕੁਲ ਬੱਚੇ ਸਨ, ਬਾਲਕ ਸਨ, ਪਰ ਗੁਰੂ ਮਹਾਰਾਜ ਜੀ ਬੜੀ ਅਡੋਲ ਅਵਸਥਾ ਵਿੱਚ, ਬੜੇ ਅੰਦਰੋਂ ਉਸ ਮਾਲਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਨਾਂਗ ਨਿਵਾਸਾਂ ਦੇ ਰਹਿਣਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 4 ਸਾਲ ਦੇ ਬੱਚੇ ਨੂੰ ਉਹਨਾਂ ਦੇ ਸਾਹਮਣੇ ਉਹਦਾ ਕਲੇਜਾ ਚੀਰਿਆ ਗਿਆ।
ਮੂੰਹ ਦੇ ਵਿੱਚ ਤੁੰਨਿਆ ਗਿਆ, ਕਿਹੋ ਜਿਹਾ ਬਾਪ ਸੀ ਉਹ। ਡੋਲਿਆ ਨਹੀਂ, ਅੱਖਾਂ ਵਿੱਚ ਹੰਝੂ ਨਹੀਂ ਕੇਰਿਆ, ਪੁੱਤਰ ਦਾ ਕਲੇਜਾ ਮੂੰਹ ਦੇ ਵਿੱਚ ਪਾ ਦਿੱਤਾ ਜ਼ਾਲਮਾਂ ਨੇ, ਥੜਕਿਆ ਨਹੀਂ। ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਸਤਿਗੁਰ ਜੀ ਦਾ ਆਸਰਾ ਲੈ ਕਰਕੇ ਉਸ ਏਡੇ ਵੱਡੇ ਦੁੱਖ ਨੂੰ, ਏਡੇ ਵੱਡੇ ਤਸ਼ੱਦਦ ਨੂੰ ਝੱਲ ਗਿਆ। ਉਲਾਮਾ ਨਹੀਂ ਦਿੱਤਾ। ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਮਿੱਠਾ ਕਰਕੇ ਮੰਨਿਆ। ਕਹਿ ਸਕਦਾ ਸੀ ਬਾਬਾ ਬੰਦਾ ਸਿੰਘ ਬਹਾਦਰ, ਕਿਆ ਫਾਇਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਰਾ ਸਿੱਖ ਬਣਨ ਦਾ, ਕਿਆ ਫਾਇਦਾ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਉਸ ਦਰਸਾਏ ਮਾਰਗ ਤੇ ਤੁਰਨ ਦਾ, ਜੇ 4 ਸਾਲ ਦੇ ਬੱਚੇ ਦਾ ਕਲੇਜਾ ਹੀ ਮੂੰਹ ਦੇ ਵਿੱਚ ਕਢਵਾ ਕੇ ਪਵਾਉਣਾ ਪੈ ਗਿਆ, ਤੇ ਕਿਆ ਫਾਇਦਾ ਐਸੇ ਜੀਵਨ ਦਾ, ਤੇਰੀ ਬੰਦਗੀ ਇਬਾਦਤ ਕਰਨ ਦਾ, ਗੁਰੂ ਗੋਬਿੰਦ ਸਿੰਘ ਜੀ ਤੇਰੇ ਸਿੱਖ ਬਣਨ ਦਾ ਕੀ ਲਾਭ। ਕਿਉਂਕਿ ਸਿੱਖੀ ਨਾਲ ਪਿਆਰ ਕੀਤਾ ਸੀ, ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਸਤੇ, ਆਪਣੇ ਆਪੇ ਨੂੰ ਸਮਰਪਿਤ ਕਰਕੇ ਸਿੱਖੀ ਲਈ ਸੀ। ਉਹਦੇ ਵਿੱਚ ਫਿਰ ਬੱਚਾ ਵੀ ਜਾਂਦਾ ਹੈ, ਆਪ ਵੀ ਸਮਰਪਿਤ ਹੋ ਕੇ ਸ਼ਹੀਦ ਹੋ ਜਾਂਦੇ ਨੇ। ਸਿੱਖੀ ਸਮਰਪਣ ਦਾ ਨਾਂ ਹੈ। ਸਿੱਖੀ ਸੁੱਖਾਂ ਜਾਂ ਪਦਾਰਥਾਂ ਦੀ ਪ੍ਰਾਪਤੀ ਦਾ ਨਾਮ ਨਹੀਂ ਹੈ। ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਦੀ ਰਜ਼ਾ ਵਿੱਚ ਜੋ ਮਿਲ ਰਿਹਾ ਹੈ, ਸੁੱਖ ਮਿਲ ਰਿਹਾ ਹੈ, ਤਾਂ ਵੀ ਉਹਦਾ ਸ਼ੁਕਰਾਨਾ। ਜੇ ਦੁੱਖ ਆ ਰਿਹਾ ਇਸ ਮਾਰਗ ਤੇ ਚੱਲਦੇ ਆ, ਤਾਂ ਵੀ ਉਹਦੀ ਦਾਤ। ਕੀਤਿਆਂ ਦੂਖ ਭੂਖ ਸਦ ਮਾਰ, ਇਹ ਤੇ ਦਾਤ ਤੇਰੀ ਦਾਤਾਰ। ਕਹਿੰਦੇ ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕੇ ਰੋਵੇ ਬਾਲ ਰੰਗੀਲਾ। ਮਾਇਆ ਦੇ ਮੋਹ ਦੇ ਵਿੱਚ, ਮਮਤਾ ਦੇ ਵਿੱਚ ਖਚਤ ਹੋਏ ਮਾਂ ਬਾਪ ਉਸ ਬਾਲਕ ਦੇ ਕੌਤਕ ਚੇਤੇ ਕਰ ਕਰਕੇ ਰੋਂਦੇ ਰਹਿੰਦੇ ਨੇ, ਸੋਗੀ ਬਣ ਕੇ ਜੀਵਨ ਬਤੀਤ ਕਰਦੇ ਨੇ। ਜਿਸ ਕਾ ਸਾਸ ਹੋ ਤਿਨ ਹੀ ਲੀਆ, ਭੂਲਾ ਰੋਵਣ ਹਾਰਾ ਹੀ। ਕਹਿੰਦੇ ਜਿਹਦੀ ਵਸਤ ਸੀ ਉਹ ਮਾਲਕ ਲੈ ਗਿਆ। ਕਹਿੰਦੇ ਹੁਣ ਰੋਣ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ। ਕਹਿੰਦੇ ਇਹ ਮਾਇਆ ਦੇ ਮੋਹ ਵਿੱਚ ਖਚਤ ਜੀਵ ਰੋਂਦਾ ਹੈ। ਅੱਗੇ ਕਹਿੰਦੇ ਭਰ ਜੋਬਨ ਮਰ ਜਾਏ ਕੇ ਕੀਜੈ, ਮੇਰਾ ਮੇਰਾ ਕਰ ਰੋਵੀਜੈ। ਉਹ ਬਚਪਨ ਦੇ ਵਿੱਚ ਬੱਚੇ ਨੂੰ ਲੈ ਗਿਆ, ਜੇ ਜਵਾਨੀ ਵਿੱਚ ਲੈ ਕੇ ਚਲਿਆ ਜਾਂਦਾ ਫਿਰ ਕੀ ਕਰਦਾ। ਭਰ ਜੋਬਨ ਮਰ ਜਾਏ ਕੇ ਕੀਜੈ, ਜਵਾਨੀ ਵਿੱਚ ਲੈ ਜਾਏਗਾ ਤੇ ਫਿਰ ਕੀ ਕਰੇਗਾ ਤੂੰ। ਕਹਿੰਦੇ ਮੇਰਾ ਮੇਰਾ ਕਰ ਰੋਵੀਜੈ। ਇਹ ਆਖ ਆਖ ਕੇ ਰੋਂਦਾ ਹੈ ਕਿ ਮੇਰਾ ਪਿਆਰਾ ਬੱਚਾ, ਮੇਰਾ ਪਿਆਰਾ ਪੁੱਤਰ। ਮਾਇਆ ਕਾਰਨ ਰੋਈ ਵਿਗੂਚੈ, ਤ੍ਰਿਗ ਜੀਵਨ ਸੰਸਾਰਾ ਹੀ। ਜਿਹੜੇ ਰੋਂਦੇ ਪੀ ਹਨ ਉਹ ਵੀ ਆਪਣੀਆਂ ਥੋੜਾਂ ਚੇਤੇ ਕਰ ਕਰਕੇ ਮਾਇਆ ਦੀ ਖਾਤਰ ਹੀ ਰੋਂਦੇ ਨੇ। ਉਸ ਬੱਚੇ ਵਿੱਚੋਂ ਮਿਲਣ ਵਾਲੇ ਸੁੱਖਾਂ ਦੀ ਆਸ ਉਹ ਖਤਮ ਹੋ ਗਈ, ਇਸ ਕਰਕੇ ਰੋ ਰਹੇ ਨੇ। ਵੈਸੇ ਬੰਦੇ ਨੂੰ ਅਗਰ ਰੋਂਦਾ ਹੈ ਤੇ ਸੁੱਖਾਂ ਨੂੰ ਚੇਤੇ ਕਰ ਕਰਕੇ ਰੋਂਦਾ ਹੈ। ਵਾਲੇਵੇ ਕਾਰਨ ਬਾਬਾ ਰੋਈਏ ਰੋਵੇ ਸਗਲ ਵਿਕਾਰੋ। ਤੇ ਇੱਥੇ ਕਹਿ ਰਹੇ ਨੇ ਵੀ ਮੇਰਾ ਮੇਰਾ ਕਰ ਰੁਵੀਜੇ, ਮਾਇਆ ਕਾਰਨ ਰੋਏ ਵਿਗੂਚੈ, ਤ੍ਰਿਗ ਜੀਵਨ ਸੰਸਾਰਾ ਹੀ। ਕਹਿੰਦੇ ਮਾਲਕ ਦੇ ਕੀਤੇ ਨੂੰ, ਉਹਦੀ ਰਜ਼ਾ ਨੂੰ ਪ੍ਰਵਾਨ ਨਾ ਕਰਨਾ, ਕਬੂਲ ਨਾ ਕਰਨਾ, ਤੇ ਉਹਨੂੰ ਗਿਲੇ ਜਾਂ ਸ਼ਿਕਵੇ ਗੁਜ਼ਾਰੀਆਂ ਕਰਨੀਆਂ। ਕਹਿੰਦੇ ਇਹ ਜੀਵਨ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਕੋਈ ਸੋਹਣਾ ਜੀਵਨ ਨਹੀਂ ਹੈ, ਇਹ ਫਟਕਾਰਯੋਗ ਜੀਵਨ ਹੈ। ਤ੍ਰਿਗ ਜੀਵਨ ਸੰਸਾਰਾ ਹੈ। ਸੋ 8 ਪਦਿਆਂ ਤੱਕ ਆਪਾਂ ਵਿਚਾਰ ਸਾਂਝੇ ਕੀਤੇ ਨੇ। ਬਾਕੀ ਦੇ 8 ਪਦੇ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਾਂਝੇ ਕਰਾਂਗੇ ਜੀ। ਭੁੱਲ ਗਲਤੀ ਦੀ ਖਿਮਾ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।